ਜਿਹੜੇ ਮੁਗਲ ਸ਼ਾਸਨ ਦੇ ਵਿੱਚ ਸਾਡੇ ਤੇ ਜ਼ੁਲਮ ਹੋ ਰਹੇ ਨੇ, ਉਸ ਮੁਗਲ ਸ਼ਾਸਨ ਦੇ ਦਰਬਾਰ 'ਚ ਮੰਤਰੀ ਬਣ ਕੇ ਬੈਠੀ ਬਾਦਲ ਦੀ ਨੂੰਹ ਉਹ ਸਾਡੇ ਜਥੇਦਾਰ ਨੂੰ ਦਿਸਦੀ ਨਹੀਂ ਪਈ। ਤੇ ਜੇ ਸਾਡੀ ਕੌਮ ਦਾ ਕੋਈ ਨੁਕਸਾਨ ਹੋ ਰਿਹਾ, ਧਾਰਮਿਕ ਗਿਣਤੀਆਂ ਦਾ ਨੁਕਸਾਨ ਹੋਇਆ, ਇਹਨੂੰ ਚਿੰਤਾ ਹੈ। ਤੇ ਕਰਨ ਵਾਲਾ ਜਿਹੜਾ ਉਹਦਾ ਭਾਈਵਾਲ ਜਿਹੜਾ ਉਹ ਆ, ਜਿਹਨੂੰ ਇਹ ਜੀ ਤੋਂ ਇਹ ਤਨਖਾਹ ਲੈਂਦਾ। ਕਿ ਜਿਨ੍ਹਾਂ ਮੈਨੂੰ ਨੌਕਰੀ ਦਿੱਤੀ ਆ, ਜਿਨ੍ਹਾਂ ਨੇ ਮੈਨੂੰ ਅਕਾਲ ਤਖ਼ਤ ਤੇ ਬਿਠਾਇਆ, ਉਹ ਆਪ ਉਸ ਦਰਬਾਰ ਦੇ ਅੰਗ ਨੇ, ਹਿੱਸਾ ਨੇ, ਸਾਈਨ ਕਰ ਰਹੇ ਨੇ ਹਰ ਜ਼ੁਲਮ ਤੇ। ਤਾਂ ਫਿਰ ਇਹ ਕਿਹਨੂੰ ਸਮਝਾ ਰਿਹਾ? ਹਰਸਿਮਰਤ ਨੂੰ ਸਮਝਾਵੇ ਕਿ ਬੀਬਾ ਘਰ ਨੂੰ ਆ, ਉਹ ਮੁਗਲ ਸਰਕਾਰ ਆ, ਉਹਦਾ ਦਰਬਾਰ ਆ, ਤੂੰ ਬੇਪੱਤੀ ਨਾ ਕਰਵਾ ਆਪਣੀ ਤੇ ਨਾਲੇ ਕੌਮ ਦੀ। ਜਿਹੜੇ ਸਰੂਪ ਸੜ ਗਏ, ਅੱਗ ਦੀ ਭੇਟ ਚੜ੍ਹ ਗਏ, ਪਾਣੀ ਨਾਲ ਬਰਬਾਦ ਹੋਏ, ਉਹਨਾਂ ਨੂੰ ਲੁਕਾਉਣਾ, ਉਹਨਾਂ ਦੇ ਚੋਰੀ ਸੰਸਕਾਰ ਕਰਨੇ, ਸੀਸੀ ਕੈਮਰਿਆਂ ਦਾ ਰਿਕਾਰਡ ਖਤਮ ਕਰਨਾ। ਇਹ ਜਥੇਦਾਰ ਦੀ ਜ਼ਿੰਮੇਵਾਰੀ ਕੀ ਆ? ਉਹ ਅਕਾਲ ਤਖ਼ਤ ਦਾ ਮਿਸਯੂਜ਼ ਜਿਹੜਾ ਕਰਨ ਲਈ ਇਹ ਹਰਪ੍ਰੀਤ ਸਿੰਘ ਵਰਗੇ ਪਹਿਲਾਂ ਵੀ ਵਰਤੇ ਨੇ, ਬਾਦਲ ਨੇ, ਤੇ ਹੁਣ ਵੀ ਵਰਤਦਾ ਪਿਆ। ਕਿਉਂਕਿ ਹੁਣ ਤੇ ਬੱਸ ਹੋ ਗਈ, ਅੱਤ ਹੋ ਗਈ, ਉਹਦੀਆਂ ਕਬਰ 'ਚ ਲੱਤਾਂ ਪਹੁੰਚ ਗਈਆਂ। ਹੁਣ ਤੇ ਕੌਮ ਘੱਟੋ ਘੱਟ ਰਹਿਮ ਕਰੇ ਕੌਮ ਤੇ। ਇੱਕ ਤਾਂ ਜਿਹੜਾ ਜਦੋਂ ਮੁਲਜ਼ਮ ਉਹ ਜੱਜ ਬਣ ਜਾਵੇ ਤਾਂ ਉੱਥੋਂ ਜਸਟਿਸ ਨਹੀਂ ਮਿਲ ਸਕਦਾ। ਇਹ ਕਮੇਟੀ ਮੁਲਜ਼ਮ ਹੈ ਉੱਥੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਿਆਨਾਂ ਨੂੰ ਲੈ ਕੇ ਕਈ ਵਾਰ ਚਰਚਾ ਦੇ ਵਿੱਚ ਰਹਿੰਦੇ ਨੇ। ਇੱਕ ਨਵਾਂ ਬਿਆਨ ਆਇਆ ਹੈ, ਕੇਂਦਰ ਸਰਕਾਰ ਦੀ ਤੁਲਨਾ ਮੁਗਲ ਸ਼ਾਸਨ ਦੇ ਨਾਲ ਕੀਤੀ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਸਾਬਕਾ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਮੌਜੂਦ ਨੇ। ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਸਵਾਗਤ ਹੈ ਤੇ ਖਬਰਸਾਰ ਤੇ। ਸਰ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈ, ਜੋ ਮੁਗਲ ਸ਼ਾਸਨ ਦੇ ਨਾਲ ਤੁਲਨਾ ਕੀਤੀ ਹੈ ਕੇਂਦਰ ਸਰਕਾਰ ਦੀ। ਇਸ ਬਿਆਨ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਸੋਚਦਾ ਕਿ ਸਾਡੀ ਕੌਮ ਕੀ ਸੋਚ ਰਹੀ ਹੋਊਗੀ ਵੀ ਇਹ ਸਾਡਾ ਕਿਹੋ ਜਿਹਾ ਜਥੇਦਾਰ ਆ, ਜਿਹੜੇ ਮੁਗਲ ਸ਼ਾਸਨ ਦੇ ਵਿੱਚ ਸਾਡੇ ਤੇ ਜ਼ੁਲਮ ਹੋ ਰਹੇ ਨੇ, ਉਸ ਮੁਗਲ ਸ਼ਾਸਨ ਦੇ ਦਰਬਾਰ 'ਚ ਮੰਤਰੀ ਬਣ ਕੇ ਬੈਠੀ ਬਾਦਲ ਦੀ ਨੂੰਹ ਉਹ ਸਾਡੇ ਜਥੇਦਾਰ ਨੂੰ ਦਿਸਦੀ ਨਹੀਂ ਪਈ। ਪਤਾ ਨਹੀਂ ਇਹਨੇ ਕਿਹੋ ਜਿਹਾ ਚਸ਼ਮਾ ਲਾਇਆ। ਤੋ ਕਿਤੇ ਵੀ ਧਾਰਮਿਕ ਘੱਟ ਗਿਣਤੀਆਂ ਤੇ ਜਦੋਂ ਜ਼ੁਲਮ ਹੁੰਦਾ ਹੈ ਮੁਗਲ ਸਰਕਾਰ ਦੇ ਦਰਬਾਰ 'ਚੋਂ, ਉਹਦੇ ਸਭ ਤੋਂ ਪਹਿਲਾਂ ਸਾਈਨ ਹੁੰਦੇ ਆ, ਭਾਵੇਂ 370 ਧਾਰਾ ਹੋਵੇ, ਭਾਵੇਂ ਕਿਸਾਨ ਵਿਰੋਧੀ ਬਿੱਲ ਹੋਵੇ। ਤੋ ਕਿਤੇ ਵੀ ਉਹ ਕੁਤਾਹੀ ਜਾਂ ਦੇਰ ਨਹੀਂ ਕਰਦੀ, 5 ਮਿੰਟ ਲਾਉਂਦੀ ਹੈ ਸਾਈਨ ਕਰਨ ਲੱਗਿਆ। ਤੋ ਉਹਦਾ ਨਾਲ ਉਹਦਾ ਧਰਮਪਤੀ ਸੁਖਬੀਰ ਸਿੰਘ ਬਾਦਲ, ਤੋ ਇਹ ਜਿਹੜੇ ਦੋਵੇਂ ਮੀਆਂ ਬੀਬੀ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਦਲ ਦੀ ਉੱਥੇ ਹਾਜ਼ਰੀ ਲਵਾਉਂਦੇ ਨੇ ਉਸ ਦਰਬਾਰ 'ਚ, ਉਦੋਂ ਇਹ ਜਥੇਦਾਰ ਕਿੱਥੇ ਸੁੱਤਾ ਹੁੰਦਾ? ਇਹਨੂੰ ਦਿਸ ਕਿਉਂ ਨਹੀਂ ਰਿਹਾ? ਉਹ ਇਹਨੂੰ ਪੰਜਾਬ ਦੇ ਲੋਕਾਂ ਦੀ ਮੈਸੇਜ ਦੇਣ ਦੀ ਚਿੰਤਾ ਜ਼ਿਆਦਾ ਆ। ਲੇਕਿਨ ਜਿਹੜਾ ਜੋ ਕੁਛ ਵਾਪਰਦਾ ਪਿਆ, ਉਹ ਕਦੋਂ ਉੱਠੂਗਾ ਨੀਂਦ ਦੇ ਵਿੱਚੋਂ? ਕਦੋਂ ਇਹਨੂੰ ਸਮਝ ਆਊਗੀ ਵੀ ਜੇ ਸਾਡੀ ਕੌਮ ਦਾ ਕੋਈ ਨੁਕਸਾਨ ਹੋ ਰਿਹਾ, ਧਾਰਮਿਕ ਗਿਣਤੀਆਂ ਦਾ ਨੁਕਸਾਨ ਹੋਇਆ, ਇਹਨੂੰ ਚਿੰਤਾ ਹੈ। ਤੇ ਕਰਨ ਵਾਲਾ ਜਿਹੜਾ ਉਹਦਾ ਭਾਈਵਾਲ ਜਿਹੜਾ ਉਹ ਆ, ਜਿਹਨੂੰ ਇਹ ਜੀ ਤੋਂ ਇਹ ਤਨਖਾਹ ਲੈਂਦਾ, ਜਿਨ੍ਹਾਂ ਇਹਨੂੰ ਨਿਯੁਕਤ ਕੀਤਾ, ਉਹਨਾਂ ਦੀ ਗੱਲ ਕਿਉਂ ਨਹੀਂ ਕਰਦਾ ਹੈ? ਕਦੀ ਕੋਈ ਬਿਆਨ, ਕਦੀ ਕੋਈ ਬਿਆਨ ਇਹੋ ਜਿਹੇ ਜਿਹੜੇ ਬਿਲਕੁਲ ਆਪਾ ਵਿਰੋਧੀ। ਕਦੀ ਵੀ ਆਪਾ ਵਿਰੋਧੀ ਬਿਆਨ ਜਿਹੜਾ ਹਜਮ ਨਹੀਂ ਹੁੰਦਾ। ਇਹ ਕਿਹੋ ਜਿਹੀ ਧਰਾਤਲ ਆ, ਕਿਹੋ ਜਿਹੀ ਸਟੇਜ ਆ? ਤੂੰ ਜਥੇਦਾਰ ਅਕਾਲ ਤਖ਼ਤ ਖਵਾਉਣਾ, ਤੂੰ ਸੰਗਤ ਨੂੰ ਤੂੰ ਕਹਿ ਰਿਹਾ ਇਹ ਮੁਗਲ ਸਰਕਾਰ ਆ। ਤੂੰ ਮੁਗਲ ਸਰਕਾਰ 'ਚ ਜਿਹੜੀ ਮੰਤਰੀ ਬਣ ਕੇ ਬੈਠੀ ਆ, ਉਹਨਾਂ ਤੋਂ ਤੂੰ ਤਨਖਾਹ ਲੈਣਾ। ਤੂੰ ਕਿਹਦੇ ਆਖੇ ਬੋਲਣਾ, ਕਿਹਦੇ ਕਹਿ 'ਤੇ ਬੋਲਣਾ? ਤੇਰੇ ਬੋਲਣ ਦਾ ਮਕਸਦ ਕੀ ਆ? ਤੇ ਤੇਰੀ ਜਿਹੜੀ ਬਿਆਨ ਦੀ ਹਾਸੋਹੀਣੀ ਹੁੰਦੀ ਆ, ਉਹਦੇ ਨਾਲ ਅਕਾਲ ਤਖ਼ਤ ਦੀ ਕੀ ਪੋਜੀਸ਼ਨ ਹੁੰਦੀ ਆ? ਸਵਾਲ ਉਹੀ ਹੈ, ਜਦੋਂ ਪਹਿਲਾਂ ਵੀ ਇਹਨਾਂ ਦਾ ਬਿਆਨ ਇੱਕ ਆਇਆ ਸੀ ਖਾਲਿਸਤਾਨ ਨੂੰ ਲੈ ਕੇ, ਉਦੋਂ ਸਵਾਲ ਇਹ ਉੱਠੇ ਕਿ ਹੋ ਸਕਦਾ ਹੈ ਕਿਸੇ ਨੇ ਬਿਆਨ ਦਵਾਇਆ ਹੋਵੇ, ਕਿਸੇ ਦੇ ਕਹੇ 'ਤੇ ਕਿਹਾ ਹੋਵੇ। ਜਿਹੜਾ ਹੁਣ ਬਿਆਨ ਆਇਆ, ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕਿਸੇ ਦੇ ਆਖੇ ਲੱਗ ਕੇ ਇਹਨਾਂ ਨੇ ਕਿਹਾ ਹੋਣਾ? ਦੇਖੋ, ਮੈਂ ਉਹੀ ਕਹਿਣਾ ਕਿ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੀ। ਜ਼ਿੰਮੇਵਾਰੀ ਜਿਹੜੀ ਆ, ਜਥੇਦਾਰ ਅਕਾਲ ਤਖ਼ਤ ਨੂੰ ਜੇ ਇੰਨੀ ਸੋਚੀ ਨਹੀਂ ਜੀ ਵੀ ਜਿਨ੍ਹਾਂ ਮੈਨੂੰ ਨੌਕਰੀ ਦਿੱਤੀ ਆ, ਜਿਨ੍ਹਾਂ ਨੇ ਮੈਨੂੰ ਅਕਾਲ ਤਖ਼ਤ ਤੇ ਬਿਠਾਇਆ, ਉਹ ਆਪ ਉਸ ਦਰਬਾਰ ਦੇ ਅੰਗ ਨੇ, ਹਿੱਸਾ ਨੇ,
ਸਾਈਨ ਕਰ ਰਹੇ ਨੇ ਹਰ ਜ਼ੁਲਮ ਤੇ। ਤਾਂ ਫਿਰ ਇਹ ਕਿਹਨੂੰ ਸਮਝਾ ਰਿਹਾ ਹੈ? ਇਹਦਾ ਉਪਦੇਸ਼ ਕਿਹਦੇ ਲਈ ਹੈ? ਤਾਂ ਇਹਨੂੰ ਚਾਹੀਦਾ ਜਾਂ ਤਾਂ ਉਹ ਬੀਬੀ ਹਰਸਿਮਰਤ ਨੂੰ ਸਮਝਾਵੇ ਕਿ ਬੀਬਾ ਘਰ ਨੂੰ ਆ, ਉਹ ਮੁਗਲ ਸਰਕਾਰ ਆ, ਉਹਦਾ ਦਰਬਾਰ ਆ, ਤੂੰ ਬੇਪੱਤੀ ਨਾ ਕਰਵਾ ਆਪਣੀ ਤੇ ਨਾਲੇ ਕੌਮ ਦੀ, ਆਪਣੇ ਘਰ ਆ। ਤੇ ਜਾਂ ਫਿਰ ਸਿੱਖਾਂ ਤੇ ਰਹਿਮ ਕਰੇ, ਅਕਾਲ ਤਖਤ ਦੀ ਪੋਜੀਸ਼ਨ ਬਣੀ ਰਹਿਣ ਦੇਵੇ। ਸਰ ਇਹ ਬਿਆਨ ਤਾਂ ਚਲੋ ਉਹਨਾਂ ਦਾ ਆਇਆ ਵੀ ਮੁਗਲ ਸ਼ਾਸਨ ਦੀ ਤਰ੍ਹਾਂ ਹੁਣ ਕੇਂਦਰ ਸਰਕਾਰ ਕੰਮ ਕਰ ਰਹੀ ਹੈ, ਪਰ ਜੋ ਗੁਰੂ ਸਾਹਿਬ ਦੀਆਂ ਬੀੜਾਂ ਗਾਇਬ ਹੋਈਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਉਹਦੇ ਲਈ ਦੇਖੋ, ਜੇ ਧਾਰਮਿਕ ਕੋਈ ਅਵਗਿਆ ਹੋਈ ਆ, ਧਾਰਮਿਕ ਕੋਈ ਪ੍ਰੋਬਲਮ ਆਈ ਆ, ਤਾਂ ਇਹ ਜਥੇਦਾਰ ਅਕਾਲ ਤਖਤ ਦੱਸੇ ਇਹਦਾ ਰੋਲ ਕੀ ਹੈ, ਇਹ ਕਾਹਦੇ ਲਈ ਹੈ। ਇਹ ਜਿੰਨੇ ਵੀ ਮਸਲੇ ਨੇ ਉਹਨਾਂ ਤੇ ਇਹ ਚੁੱਪ ਹੋ ਜਾਂਦਾ, ਬੋਲਦਾ ਨਹੀਂ। ਜਿਹੜੇ 267 ਸਰੂਪ ਨੇ ਉਹਨਾਂ ਦੀ ਅੱਜ ਕਿੰਨੇ ਦਿਨ ਹੋ ਚੁੱਕੇ ਆ, ਕਦੀ ਕਮੇਟੀਆਂ ਬਣੀਆਂ, ਕਦੀ 2 ਕਮੇਟੀਆਂ ਬਣਾ ਕੇ ਹਟਾਤੀਆਂ, ਇਹਦਾ ਬਿਆਨ ਨਹੀਂ ਆਇਆ ਅਜੇ ਤੱਕ। ਤਾਂ 267 ਸਰੂਪ ਜਿਨ੍ਹਾਂ ਦਾ ਸੀਰੀਅਲ ਨੰਬਰ ਲੱਗਦਾ, ਜਿਨ੍ਹਾਂ ਦਾ ਬਕਾਇਦਾ ਰਿਕਾਰਡ ਹੁੰਦਾ ਹੈ, ਕੋਈ 1 ਜਾਂ 2 ਜਾਂ 10 ਸਰੂਪ ਕਿਹਾ ਜਾ ਸਕਦਾ ਕਿ ਤੁਸੀਂ ਲੈ ਜਾਓ ਜੀ, ਅਸੀਂ ਬਾਅਦ 'ਚ ਖਾਨਾ ਪੂਰੀ ਕਰ ਲਾਂਗੇ। ਪਰ 267 ਸਰੂਪ ਜਿਹੜੇ ਨੇ ਉਹਨਾਂ ਦਾ ਨਾਮ ਮਿਲਣਾ, ਜਿਹੜੇ ਸਰੂਪ ਸੜ ਗਏ, ਅੱਗ ਨਾਲ, ਅੱਗ ਦੀ ਭੇਟ ਚੜ੍ਹ ਗਏ, ਪਾਣੀ ਨਾਲ ਬਰਬਾਦ ਹੋਏ, ਉਹਨਾਂ ਨੂੰ ਲੁਕਾਉਣਾ, ਉਹਨਾਂ ਦੇ ਚੋਰੀ ਸੰਸਕਾਰ ਕਰਨੇ, CC ਕੈਮਰਿਆਂ ਦਾ ਰਿਕਾਰਡ ਖ਼ਤਮ ਕਰਨਾ। ਤਾਂ ਇਹ ਜਥੇਦਾਰ ਦੀ ਜ਼ਿੰਮੇਵਾਰੀ ਕੀ ਆ? ਇਹ ਉੱਥੇ ਇਹ ਛਪਾਉਣ ਦੀ ਜ਼ਿੰਮੇਵਾਰੀ ਹੈ। ਹੁਣ ਪ੍ਰਬੰਧਕ ਕਮੇਟੀ ਜਿਹੜੀ ਆ ਉਹੀ ਗੱਲ ਕਰ ਰਹੀ ਹੈ ਜਿਹੜੀ ਗੱਲ ਸਭ ਤੋਂ ਪਹਿਲਾਂ ਹਿਊਮਨ ਰਾਈਟ ਕਮਿਸ਼ਨ ਨੇ ਕੀਤੀ ਜਾਂ ਉਹਨਾਂ ਦੇ ਮੈਂਬਰਾਂ ਨੇ ਕੀਤੀ, ਕਿ ਸਰਕਾਰ ਨੂੰ ਅਪੀਲ ਕੀਤੀ ਕਿ ਇਹਨੂੰ CBI ਨੂੰ ਸੌਂਪਿਆ ਜਾਵੇ। ਅੱਜ ਇਹ ਕਹਿੰਦੇ ਰਿਟਾਇਰ ਜੱਜ ਨੂੰ ਦਿੱਤੀ ਜਾਵੇ, ਜਥੇਦਾਰ ਦੇਵੇ। ਹੁਣ ਜਥੇਦਾਰ ਸਾਹਿਬ ਨੂੰ ਹਾਲੇ ਤੱਕ ਬਾਦਲ ਨੇ ਨਾਂ ਨਹੀਂ ਦਿੱਤਾ ਆਪਣੇ ਕਿਸੇ ਰਿਸ਼ਤੇਦਾਰ ਜੱਜ ਦਾ, ਜਿਹਦਾ ਉਹ ਨਾਂ ਲੈ ਦੇਵੇ, ਜਿਹੜਾ ਉਹਨੂੰ ਬਚਾ ਲਵੇ, ਜਿੱਤੇ ਮਿੱਟੀ ਪੈ ਜੇ ਤੇ ਕੌਮ ਕਵੇ ਕਿ ਅਕਾਲ ਤਖਤ ਦਾ ਫੈਸਲਾ। ਤਾਂ ਅਕਾਲ ਤਖਤ ਦਾ ਮਿਸਯੂਜ਼ ਜਿਹੜਾ ਕਰਨ ਲਈ ਇਹ ਹਰਪ੍ਰੀਤ ਸਿੰਘ ਵਰਗੇ ਪਹਿਲਾਂ ਵੀ ਵਰਤੇ ਨੇ ਬਾਦਲ ਨੇ, ਤੇ ਹੁਣ ਵੀ ਵਰਤਦਾ ਪਿਆ। ਇਹ ਸਾਡੀ ਕੌਮ ਦੀ ਖਿੱਲੀ ਉਡਾਉਣ ਡਏ ਨੇ। ਇਹਨਾਂ ਨੂੰ ਰਹਿਮ ਕਰਨਾ ਚਾਹੀਦਾ ਕੌਮ 'ਤੇ, ਕਿਉਂਕਿ ਹੁਣ ਤੇ ਬੱਸ ਹੋ ਗਈ, ਅੱਤ ਹੋ ਗਈ, ਉਹਦੀਆਂ ਕਬਰ 'ਚ ਲੱਤਾਂ ਪਹੁੰਚ ਗਈਆਂ। ਹੁਣ ਤੇ ਕੌਮ ਘੱਟੋ ਘੱਟ ਰਹਿਮ ਕਰੇ ਕੌਮ 'ਤੇ। ਇੱਕ ਛੋਟਾ ਜਿਹਾ ਮਸਲਾ ਨਹੀਂ ਗਾ, 267 ਸਰੂਪ ਜਿਹੜਾ ਸਾਡਾ ਕੇਂਦਰ ਆ, ਉੱਥੋਂ ਖਤਮ ਹੋ ਜਾਣ, ਨਿਕਲ ਜਾਣ, ਲੱਭਣ ਨਾ। ਤੇ ਜੇ ਲੱਭਣਗੇ ਤਾਂ ਕਿਸ ਹਾਲਤ 'ਚ, ਕਦੋਂ ਲੱਭਣਗੇ ਸਾਨੂੰ, ਤੇ ਜਦੋਂ ਲੱਭਣਗੇ ਉਦੋਂ ਸਾਡੀ ਕੀ ਪੋਜੀਸ਼ਨ ਹੋਊਗੀ। ਬਿਲਕੁਲ, ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ ਕਿ ਜਦੋਂ ਇੱਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਾਨੂੰ ਅੰਗ ਜਦੋਂ ਬੇਅਦਬੀ ਹੋਈ, ਉਸ ਤੋਂ ਬਾਅਦ ਕੀ ਹਾਲ ਹੋਇਆ। ਇਹ ਤਾਂ 267 ਨੇ, ਕੀ ਕੁਝ ਹੋ ਸਕਦਾ ਹੈ, ਰੱਬ ਨਾ ਕਰੇ ਤਾਂ ਉਸ ਦਾ ਜ਼ਿੰਮੇਦਾਰ ਕੌਣ ਹੋਵੇ? ਨਹੀਂ ਜੀ, ਉਹ ਰੱਬ ਨਾ ਕਰੇ ਵਾਲੀ ਜਿਹੜੀ ਤੁਹਾਡੀ ਜਿਹੜੀ ਸ਼ੰਕਾ ਨਾ, ਉਹ ਇਹ ਆ ਕਿ ਇੰਨੇ ਸਰੂਪ ਜਿਹੜੇ ਨੇ ਉਹਨਾਂ ਦਾ ਰਿਕਾਰਡ ਵਿੱਚੋਂ ਖਤਮ ਹੋਣਾ, ਇਹ ਸ਼ੰਕਾ ਨਹੀਂ, ਇੱਕ ਅਸਲੀਅਤ ਹੈ ਕਿ ਸਰੂਪ ਦਿੱਤੇ ਗਏ ਨੇ ਕਿਤੇ, ਤੇ ਬਕਾਇਦਾ ਦਿੱਤੇ ਗਏ ਨੇ ਕੋਈ ਭਰਪਾਈ ਕਰਨ ਲਈ। ਤਾਂ ਭਰਪਾਈ ਜਿਹੜੀ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿੱਥੇ ਸ਼ੱਕ ਜਾਂਦਾ। ਤਾਂ ਅਸੀਂ ਇਹ ਵੀ ਮਹਿਸੂਸ ਕੀਤਾ ਹੈ ਕਿ ਪਿਓ ਪੁੱਤ ਜਿਹੜੇ ਨੇ ਬਾਦਲ ਪਰਿਵਾਰ ਦੇ ਮੁਖੀ ਬਣੇ ਨੇ ਜਿਹੜੇ ਸਾਡੀ ਕੌਮ ਦੇ, ਉਹਨਾਂ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਦਾਅ 'ਤੇ ਲਾਇਆ। ਤਾਂ ਉਹਨਾਂ ਨੂੰ ਕੋਈ ਦਰਦ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ 'ਚ ਕੋਈ ਮਾੜੀ ਖਬਰ ਆ ਜਾਏ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਲੇਕਿਨ ਕੌਮ ਲਈ ਮਿੱਟੀ ਹੋ ਜਾਂਦੀ, ਕੌਮ ਉਦੋਂ ਮਰ ਜਾਂਦੀ ਆ ਜਦੋਂ ਕੋਈ ਖਬਰ ਮਿਲਦੀ ਸਾਨੂੰ। ਇਸ ਕਰਕੇ ਸ਼ੰਕਾ ਸਾਡੀ। ਸਰ ਤੁਸੀਂ ਜਥੇਦਾਰ ਰਹੀ ਹੋ, ਸਰ ਪ੍ਰੋਸੈਸ ਕੀ ਹੁੰਦਾ ਹੈ ਜਦੋਂ ਕਿਸੇ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਹੈਗੀ ਹੈ ਉਹ ਭੇਟਾਂ ਲੈ ਕੇ ਜਾਣੀ ਹੁੰਦੀ ਹੈ, ਅਤੇ ਪ੍ਰੋਸੈਸ ਕੀ ਹੁੰਦਾ ਇਹਦਾ? ਇਹ ਜਦੋਂ ਵੀ ਕੋਈ ਐਪਲੀਕੇਸ਼ਨ ਜਾਂਦੀ ਹੈ, ਇੱਕ ਸੈਕਸ਼ਨ 'ਚ ਜਾਂਦੀ ਆ, ਤਾਂ ਐਪਲੀਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਉਹ ਸੈਕਸ਼ਨ ਜਿਹੜਾ ਹੈ ਦਰਿਆਫਤ ਕਰਦਾ ਹੈ ਕਿ ਇਹਦੀ ID ਠੀਕ ਹੈ ਜੀ, ਜਿਹੜਾ ਬੀੜ ਮੰਗਣ ਆਇਆ ਇਹਦੀ ID ਠੀਕ ਹੈ, ਇਹ ਜਿਹੜੀ ਜਗ੍ਹਾ 'ਤੇ ਜਾ ਕੇ ਇਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਨਾ ਉਹ ਜਗ੍ਹਾ ਠੀਕ ਹੈ, ਐਡਰੈਸ ਠੀਕ ਹੈ। ਉਹ ਦਰਿਆਫਤ ਕਰਨ ਤੋਂ ਬਾਅਦ ਉਹ ਦੂਸਰੇ ਸੈਕਸ਼ਨ ਨੂੰ ਭੇਜਦਾ, ਉਹ ਜਾ ਕੇ ਫਿਜ਼ੀਕਲੀ ਦੇਖਦੇ ਨੇ ਕਿ ਇੱਥੇ ਮਹਾਰਾਜ ਦਾ ਸਰੂਪ ਆਉਣਾ ਹੈ, ਉਹ ਮਾਹੌਲ ਦੇ ਮੁਤਾਬਕ ਹੈ। ਉਸ ਤੋਂ ਬਾਅਦ ਉਹ ਰਿਕਮੈਂਡ ਕਰਕੇ ਅੱਗੇ ਕਰਦੇ ਨੇ, ਅਤੇ ਫਿਰ ਫੀਸ ਜਿਹੜੀ ਲਾਗਤ ਆ ਜਾਂ ਜਿਹੜਾ ਭੇਟਾ ਉਹ ਲਈ ਜਾਂਦੀ ਆ, ਅਤੇ ਉਹਦੀ ਰਸੀਦ ਮਿਲਦੀ ਹੈ। ਜਦੋਂ ਰਸੀਦ ਮਿਲ ਜਾਂਦੀ ਹੈ ਅਤੇ ਉਦੋਂ ਭਵਨ 'ਚ ਇਹ ਜਾਂਦੀ ਆ ਰਸੀਦ। ਉਦੋਂ ਫਿਰ ਮੈਨੇਜਰ ਜਿਹੜਾ ਉਹ ਬੀੜਾਂ
ਉਸ ਜਿਹੜੇ ਵੀ ਪਿੰਡਾਂ ਦੀਆਂ ਹੋਣ, ਉਸ ਜ਼ਿਲ੍ਹੇ ਦੇ ਹੈੱਡਕੁਆਟਰ, ਜਿਸ ਤਰ੍ਹਾਂ ਦਮਦਮਾ ਸਾਹਿਬ ਜਾਂ ਫਤਿਹਗੜ੍ਹ ਸਾਹਿਬ ਜਾਂ ਅਨੰਦਪੁਰ ਸਾਹਿਬ ਜਾਂ ਦੂਖਨਿਵਾਰਨ ਸਾਹਿਬ, ਉਹ ਉਸ ਮੁਕਾਮ 'ਤੇ ਜਾਂਦੀਆਂ ਨੇ ਬੱਸ 'ਚ, ਆਪਣੀ ਆਪ ਪ੍ਰਬੰਧਕ ਕਮੇਟੀ ਭੇਜਦੀ ਹੈ। ਉਸ ਥਾਂ ਤੋਂ ਫਿਰ ਜਿਹੜੀ ਉਹ ਪਿੰਡ ਦਾ, ਜਿਹੜੇ ਪਿੰਡ 'ਚ ਜਾਣੀ ਹੋਵੇ ਮਹਾਰਾਜ ਦੀ ਦੇਹ, ਉਸ ਟਾਈਮ ਉਹ ਉਸ ਪਿੰਡ ਦੇ ਨਾਲ ਸੰਬੰਧਿਤ ਪ੍ਰਬੰਧਕ ਕਮੇਟੀ ਦਾ ਮੈਂਬਰ ਜਿੰਨੀ ਦੇਰ ਤੱਕ ਸਾਈਨ ਨਹੀਂ ਕਰਦਾ ਉਨੀ ਦੇਰ ਤੱਕ ਬੀੜ ਉੱਥੇ ਪਹੁੰਚਾਈ ਨਹੀਂ ਜਾਂਦੀ। ਇਹ ਪ੍ਰੋਸੈਸ ਆ। ਤੇ ਇਹ 267 ਬੀੜਾਂ ਦਾ ਇਹ ਹੋਇਆ ਨਹੀਂ। ਇੱਕ ਸੀਰੀਅਲ ਨੰਬਰ ਹੁੰਦਾ, ਉਹ ਸੀਰੀਅਲ ਨੰਬਰ ਕਰਕੇ ਪਛਾਣੀਆਂ ਗਈਆਂ ਕਿ ਗਾਇਬ ਨੇ। ਇੱਕ ਜਿਹੜਾ ਚੋਰੀ ਸੰਸਕਾਰ ਕੀਤਾ ਤੇ ਉਹਦਾ ਰਿਕਾਰਡ ਗਾਇਬ ਹੈ, ਉਹ ਰਿਕਾਰਡ ਹੈ ਨਹੀਂ, ਉਹਨਾਂ ਨੇ ਬਿਨਾਂ ਰਿਕਾਰਡ ਤੋਂ ਸੰਸਕਾਰੀਆਂ। ਇੱਕ ਇਹਦੀ ਸਾਡੀ ਸ਼ੁਰੂ ਤੋਂ ਰਵਾਇਤ ਆ ਕਿ ਕਿਤੇ ਸਾਤੋਂ ਭੁੱਲ ਹੋ ਜਾਂਦੀ ਆ, ਉਹਦੇ ਵਿੱਚ ਫਿਰ ਅਸੀਂ ਅਖੰਡ ਪਾਠ ਕਰਾ ਕੇ ਪਛਤਾਪ ਕਰਦੇ ਤੇ ਉਹਦੇ ਲਈ ਅਰਦਾਸ ਹੁੰਦੀ। ਉਹ ਪ੍ਰਬੰਧਕ ਕਮੇਟੀ ਨੇ ਕਿਤੇ ਨਹੀਂ ਕੀਤਾ। ਤੇ ਸਰ ਇਹ ਪ੍ਰੋਸੀਜਰ ਪ੍ਰਬੰਧਕ ਕਮੇਟੀ ਵੱਲੋਂ ਹੀ ਸ਼ੁਰੂ ਤੋਂ ਹੀ ਤੈਅ ਕੀਤਾ ਗਿਆ? ਨਹੀਂ, ਇਹ ਸਾਡੀਆਂ ਪੰਥਕ ਰਵਾਇਤਾਂ ਨੇ ਸ਼ੁਰੂ ਤੋਂ ਹੀ। ਹਾਂ। ਤੇ ਮਤਲਬ ਪੰਥਕ ਰਵਾਇਤਾਂ ਨੂੰ ਖੁਦ ਜਿਹੜੇ ਆਪਣੇ ਆਪ ਨੂੰ ਪੰਥ ਦੇ ਸੇਵਾਦਾਰ ਕਹਿੰਦੇ ਨੇ ਵਾੜ ਖੇਤ ਨੂੰ ਖਾ ਰਹੀ, ਉਹਨਾਂ ਨੇ ਆਪ ਛਿੱਕਾ ਟੰਗਤਾ। ਹਾਂ। ਇਸ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਜ਼ਾ ਹੈਗੀ ਹੈ, ਕਿਉਂਕਿ 267 ਸਰੂਪ ਗੁਰੂ ਸਾਹਿਬ ਦੇ ਕੋਈ ਛੋਟੀ ਮੋਟੀ ਗੱਲ ਨਹੀਂ, ਤੇ ਬਣਦੀ ਜੋ ਜ਼ਿੰਮੇਵਾਰੀ ਉਹ ਤੈਅ ਹੋਣੀ ਚਾਹੀਦੀ ਹੈ ਲੋਕਾਂ ਦੀ। ਇੱਕ ਤਾਂ ਜਿਹੜਾ ਜਦੋਂ ਮੁਲਜ਼ਮ ਆ ਉਹ ਜੱਜ ਬਣ ਜਾਵੇ ਤਾਂ ਉੱਥੋਂ ਜਸਟਿਸ ਨਹੀਂ ਮਿਲ ਸਕਦਾ। ਇਹ ਕਮੇਟੀ ਮੁਲਜ਼ਮ ਆ, ਉਹ 'ਚ ਇਹ ਅਪਰਾਧੀ ਹੈ, ਇਹ ਆਪ ਆਪਣਾ ਜੱਜ ਥਾਪੂਗੀ ਤੇ ਉਹ ਜਸਟਿਸ ਕਿਹੋ ਜਿਹਾ ਹੋਊਗਾ? ਇਹਦਾ ਫੈਸਲਾ ਜਿਹੜਾ ਉਹ ਨਿਊਟਰਲ ਹੱਥਾਂ 'ਚ ਹੋਣਾ ਚਾਹੀਦਾ। ਇਹ ਜਿਹੜਾ ਅੱਜ ਵੀ ਇਹਨਾਂ ਨੇ ਖੇਹ ਖਰਾਬੀ ਕਰਨ ਲਈ ਜਥੇਦਾਰ ਨੂੰ ਕਹਿਤਾ ਕਿ ਤੁਸੀਂ ਜੱਜ ਦੀ ਨਿਯੁਕਤੀ ਕਰੋ, ਜੱਜ ਜਿਹੜਾ ਉਹ ਹੁਣ ਜਸਟਿਸ ਜਿਹੜਾ ਉਹਦਾ ਨਾਂ ਜਿਹੜਾ ਉਹ ਬਾਦਲ ਸਾਹਿਬ ਦੇਣਗੇ ਕਿ ਇਹ ਮੇਰਾ ਰਿਸ਼ਤੇਦਾਰ ਆ, ਇਹਦਾ ਤੂੰ ਨਾਂ ਲੈ ਦੇ ਤੇ ਇਹ ਸਾਡੇ 'ਤੇ ਮਿੱਟੀ ਪਾ ਦੂ ਸਾਡੀ ਕਰਤੂਤ 'ਤੇ। ਇਸ ਤਰ੍ਹਾਂ ਹੋਊਗਾ ਹੁਣ। ਅਦਰਵਾਈਜ਼ ਜਾਂਚ ਤੁਹਾਨੂੰ ਲੱਗਦਾ ਕਿ ਸੀਬੀਆਈ ਜਥੇਦਾਰ ਆ, ਇਹ ਬਾਦਲ ਤੋਂ ਨਾਂ ਲੈ ਕੇ ਤੇ ਫਿਰ ਸੰਗਤ ਨੂੰ ਕਹੂਗਾ ਕਿ ਇਹ ਜੱਜ ਜਿਹੜੇ ਨਿਯੁਕਤ ਕੀਤਾ ਜਾ ਰਹੇ ਨੇ ਇਹ ਜਾਂਚ ਲਈ, ਤੇ ਇਹ ਸਾਰਾ ਖੇਹ ਖਰਾਬੀ ਕਰਨ ਲਈ ਇਹਨੂੰ ਮੋਹਰਾ ਬਣਾ ਕੇ ਅਕਾਲ ਤਖ਼ਤ ਦਾ ਮਿਸਯੂਜ਼ ਕਰਨਗੇ। ਤੇ ਤੁਹਾਨੂੰ ਲੱਗਦਾ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਆ। ਇੱਕ ਸੀਬੀਆਈ ਨੇ ਸਾਨੂੰ ਜਿਹੜਾ ਬਲੂ ਸਟਾਰ ਦਾ ਖਜ਼ਾਨਾ ਸੌਂਪਿਆ ਸੀਗਾ, ਉਹ ਅਸੀਂ ਸਮਝਦੇ ਰਹੇ ਸਾੜਤਾ ਜਾਂ ਦੇ ਨਹੀਂ ਰਹੀ ਸੈਂਟਰ ਸਰਕਾਰ, ਪਰ ਜਦੋਂ ਕੋਰਟ ਨੇ ਉਹਨਾਂ ਨੂੰ ਮੰਗਾ ਕੇ ਪੁੱਛਿਆ ਕਿ ਤੁਸੀਂ ਦੇ ਨਹੀਂ ਰਹੇ, ਤੇ ਉਹਨਾਂ ਨੇ ਲਿਸਟ ਦਿੱਤੀ, ਨਾਲ ਜਾਣਕਾਰੀ ਦਿੱਤੀ ਕਿ ਇਹ 1400 ਪੰਡਾਂ ਬਣੀਆਂ, ਉਹਨਾਂ 'ਤੇ ਸਲਿੱਪਾਂ ਲੱਗੀਆਂ, ਉਹ ਉਸੇ ਤਰ੍ਹਾਂ ਬਕਾਇਦਾ ਅਸੀਂ 92 ਤੋਂ 97 ਤੱਕ ਵਾਪਸ ਕੀਤੀਆਂ। ਤੇ ਜਦੋਂ ਵਾਪਸ ਕਰਦੇ ਸੀ ਇਹ ਲਿਸਟ ਨਾਲ ਲੈ ਕੇ ਜਾਂਦੇ ਸੀ, ਤੇ ਲਿਸਟ 'ਤੇ ਬਕਾਇਦਾ ਰਸੀਵ ਦੇ ਸਾਈਨ ਲੈਂਦੇ ਸੀ, ਜਿਨ੍ਹਾਂ ਦੇ ਸਾਈਨ ਨੇ ਉਹ ਕੁਛ ਮਰ ਗਏ ਨੇ, ਕੁਛ ਅੱਜ ਜਿਉਂਦੇ ਨੇ। ਤੇ ਜਿਹੜੇ ਜਿਉਂਦੇ ਨੇ ਅੱਜ ਉਹ ਦੱਸ ਨਹੀਂ ਰਹੇ ਉਹ ਬੀੜਾਂ ਕਿੱਥੇ ਨੇ, ਉਹ ਪੰਡਾਂ ਕਿੱਥੇ ਨੇ। ਉਹ ਸਾਡਾ ਬੜਾ ਅਮੁੱਲ ਖਜ਼ਾਨਾ, ਸਾਡੀ ਕੌਮ ਦਾ ਬੇਸ, ਸਾਡੀ ਕੌਮ ਦੀ ਰੂਹ, ਹੱਥ ਲਿਖਤ ਬੀੜਾਂ, ਦਸਮ ਪਾਤਸ਼ਾਹ ਦੇ ਸਾਈਨ, ਹੁਕਮਨਾਮੇ, ਰਹਿਤਨਾਮੇ, ਖਰੜੇ, ਪੁਰਾਣੇ ਇਤਿਹਾਸਕ ਖਰੜੇ, ਸਾਹਿਬਜ਼ਾਦਿਆਂ ਦੇ ਨਾਲ ਜਿਹੜੇ ਵਿਚਰੇ ਲੋਕ, ਉਹਨਾਂ ਦੇ ਲਿਖੇ ਹੋਏ ਸਾਹਿਬਜ਼ਾਦਿਆਂ ਦੀ ਦਾਸਤਾਨ ਲਿਖੀ, ਉਹਨਾਂ ਦੇ ਖਰੜੇ, ਤੋਂ ਇਹ ਸਾਰਾ ਕੁਛ ਅੱਜ ਮਿਲ ਨਹੀਂ ਰਿਹਾ। ਤੋਂ ਪ੍ਰਬੰਧਕ ਕਮੇਟੀ ਖਾਮੋਸ਼ ਹੈ। ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ FIR ਲਿਖਾਓ, ਪੁਲਿਸ ਪਤਾ ਕਰੇ ਉਹਨਾਂ ਤੋਂ ਕਿ ਜਿਹੜਾ ਰਿਸੀਵ ਤੁਸੀਂ ਕੀਤਾ ਸਮਾਨ ਉਹ ਕਿੱਥੇ ਆ, ਤੇ ਪਤਾ ਲੱਗੇ। ਬਿਲਕੁਲ। ਤੋਂ ਅੱਜ ਅਸੀਂ ਦੇਖ ਰਹੇ ਹਾਂ, ਕਦੀ ਕੋਈ ਸਾਨੂੰ ਗੱਲ ਮਿਲਦੀ ਹੈ ਕਿ ਇਹ 5 ਲੱਖ ਨੂੰ ਇੱਕ ਬੀੜ ਜਿਹੜੀ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਜੀ ਸੈਨਾ ਵਾਲੀ ਉਹ ਲੰਦਨ 'ਚ ਵੇਚੀ ਗਈ। ਕਦੀ ਖਬਰ ਮਿਲਦੀ ਹੈ ਕਿ ਅਮਰੀਕਾ ਲੈ ਕੇ ਗਿਆ ਇੱਕ ਸਿੰਘ ਸਾਹਿਬ ਹੀ ਜਿਹੜਾ ਬਣਾਇਆ ਸੀ ਜਥੇਦਾਰ। ਤੋਂ ਇਹ ਜਿਹੜਾ ਵੀ ਇਹ ਸਮਾਨ ਗੁਰੂ ਰਾਮਦਾਸ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ, 2 ਲਾਇਬ੍ਰੇਰੀਆਂ ਦਾ ਸਮਾਨ ਸੀ, ਇਹ ਸਾਨੂੰ ਮਿਲ ਨਹੀਂ ਰਿਹਾ। ਤੋਂ ਪ੍ਰਬੰਧਕ ਕਮੇਟੀ ਦੀ ਜਵਾਬਦੇਹੀ ਕਿੱਥੇ ਆ? ਇਹ ਕਿਹਨੂੰ ਜਵਾਬ ਦੇਣਗੇ, ਕਦੋਂ ਦੇਣਗੇ? ਆਫਟਰ ਆਲ ਇੰਤਜ਼ਾਰ ਦਾ ਕੋਈ ਸਮਾਂ ਹੁੰਦਾ। 35 ਸਾਲ ਹੋ ਗਏ ਇਸ ਖਜ਼ਾਨੇ ਨੂੰ ਰੁਲਦਿਆਂ, ਕਦੀ ਦਿੱਲੀ ਦੇ ਦਫ਼ਤਰਾਂ 'ਚ, ਕਦੀ ਅੱਜ ਪਤਾ ਨਹੀਂ ਕਿੱਥੇ ਹੋਊਗਾ, ਸਾਨੂੰ ਸਮਝ ਨਹੀਂ ਆ ਰਹੀ। ਤਾਂ ਇਹਦੇ ਲਈ ਬੜੀ ਵੱਡੀ ਜ਼ਿੰਮੇਵਾਰੀ ਤੇ ਜਵਾਬਦੇਹੀ ਹੈ ਜਿੱਥੋਂ ਕਮੇਟੀ ਭੱਜ ਰਹੀ ਹੈ। ਇਹ ਤਾਂ ਸਾਨੂੰ ਇਹ ਕਮੇਟੀ ਨਹੀਂ ਜਸਟਿਸ ਦੇ ਸਕਦੀ, ਨਾ ਇਹ ਜਥੇਦਾਰ ਦੇ ਸਕਦਾ। ਵਰਨਾ ਜਥੇਦਾਰ ਅਕਾਲ ਤਖ਼ਤ ਹੋਵੇ ਪੋਜੀਸ਼ਨ 'ਚ ਆਪਣੇ 'ਚ, ਤੇ ਇਹ ਖਜ਼ਾਨਾ ਲਿਜਾਣ ਵਾਲੇ ਅੱਜ
ਸਾਡੇ ਨੰਗੇ ਨਾ ਹੋਣ ਤੇ ਉਹਨਾਂ ਦੇ ਗਲ 'ਚ ਸਾਫਾ ਨਾ ਪਵੇ, ਇਹ ਕਿਵੇਂ ਹੋ ਸਕਦਾ? ਸਰ ਸਵਾਲ ਹੁਣ ਇਹ ਵੀ ਹੈਗਾ ਕਿ ਜੋ ਪੰਥ ਦੀ ਸੇਵਾ ਲਈ ਇੱਕ ਪਾਰਟੀ ਬਣੀ ਸੀ ਸ਼੍ਰੋਮਣੀ ਅਕਾਲੀ ਦਲ, ਉਸਦੇ ਜੋ ਹੁਣ ਤਾਜ਼ਾ ਹਾਲਾਤ ਨੇ ਤੁਸੀਂ ਉਸ ਤੋਂ ਜਾਣੂ ਹੋਣੇ ਹੋ। ਹੁਣ ਇੱਕ ਨਵਾਂ ਧਿਰ ਸ਼੍ਰੋਮਣੀ ਅਕਾਲੀ ਦਲ ਹੀ ਢੀਂਡਸਾ ਸਾਹਿਬ ਵਾਲਾ ਇੱਕ ਹੋਂਦ ਵਿੱਚ ਆਇਆ ਹੈ। ਤੁਹਾਨੂੰ ਲੱਗਦਾ ਹੈ ਕਿ ਜੋ ਪੰਜਾਬੀ ਨੇ ਜਾਂ ਜੋ ਪੰਥ ਹਿਤੈਸ਼ੀ ਨੇ ਉਹ ਭਰਵਾਂ ਹੁੰਗਾਰਾ ਦੇਣਗੇ ਇਸ ਨੂੰ? ਅਸਲ 'ਚ ਜਿਹੜਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ ਪ੍ਰਕਾਸ਼ ਸਿੰਘ ਬਾਦਲ, ਉਹ ਇਹ ਉਠਾਉਂਦਾ ਰਿਹਾ ਕਿ ਦੋ ਜਮਾਤਾਂ ਸੀ, ਕਾਂਗਰਸ ਤੇ ਅਕਾਲੀ ਜੀ। ਤੋ ਕਾਂਗਰਸ ਜਿਹੜੀ ਸੀ ਉਹ ਤੇ ਆਰੋਪ ਸੀ ਕਿ ਇਹਨੇ ਸਾਡੇ ਤੇ ਜ਼ੁਲਮ ਕੀਤੇ ਆ। ਇਸ ਕਰਕੇ ਕੋਈ ਵੀ ਸਿੱਖ ਜਿਹੜਾ ਪਾਰਟੀ ਬਦਲ ਨਹੀਂ ਸੀ ਸਕਦਾ, ਕਿਤੇ ਜਾ ਨਹੀਂ ਸੀ ਸਕਦਾ। ਤੋ ਜਦੋਂ ਜਾ ਨਹੀਂ ਸੀ ਸਕਦਾ ਤੇ ਉਦੋਂ ਇੱਕ ਬੜੀ ਦੁਬਿਧਾ ਸੀ ਤੇ ਕੋਈ ਰਾਹ ਨਹੀਂ ਸੀ ਮਿਲ ਰਿਹਾ ਕਿ ਕੀ ਕਰੀਏ। ਉਹਦਾ ਨਜਾਇਜ਼ ਫਾਇਦਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਉਠਾਇਆ। ਇੱਕ ਤਾਂ ਲਿਮਟਿਡ ਕੰਪਨੀ ਬਣਾ ਲਈ, ਰਜਿਸਟ੍ਰੇਸ਼ਨ ਕਰਾ ਲਈ ਪੰਜਾਬੀ ਉਹਦੇ ਵਿੱਚ ਅਮੈਂਡਮੈਂਟ ਕਰਕੇ ਜੀ। ਤੋ ਅਸਲੀ ਅਕਾਲੀ ਦਲ ਨੂੰ ਨਾ ਹੋਈ ਜਦੋਂ ਵੋਟਰਾਂ ਨੇ ਸ਼ਹੀਦਾਂ ਦੀ ਜਥੇਬੰਦੀ, ਜਦੋਂ ਪ੍ਰਬੰਧਕ ਕਮੇਟੀ ਦੇ ਵੋਟਰਾਂ ਨੇ ਸ਼ਹੀਦਾਂ ਦੀ ਜਥੇਬੰਦੀ, ਤੇ ਜਦੋਂ ਪੰਜਾਬੀਆਂ ਦੇ ਵੋਟਰਾਂ ਨੇ ਉਦੋਂ ਪੰਜਾਬੀ ਦਲ। ਤੋ ਪ੍ਰਧਾਨ ਇੱਕੋ ਹੀ ਤੇ ਸੰਵਿਧਾਨ ਇੱਕੋ ਹੀ। ਤੋ ਉਹ ਜਿਹੜਾ ਜੋ ਕੁਛ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ, ਮੌਕਾ ਪ੍ਰਸਤੀ ਸੀ ਉਹਦੀ, ਤੋ ਸਿੱਖਾਂ ਦੀ ਮਜਬੂਰੀ ਸੀ। ਅੱਜ ਮੈਂ ਸਮਝਦਾ ਢੀਂਡਸਾ ਸਾਹਿਬ ਨੇ ਇਹ ਜਿਹੜਾ ਉਦਮ ਕੀਤਾ ਉਹਦੇ ਲਈ ਸਿੱਖ ਅੱਗੇ ਆ ਰਹੇ ਆ। ਤੇ ਮੈਨੂੰ ਲੱਗਦਾ ਹੈ ਕਿ ਅਕਾਲੀ ਵਰਕਰ ਜਿਹੜੇ ਆ ਆਪਣੇ ਅਕਾਲੀ ਬਾਗ ਨੂੰ ਬਚਾਉਣ ਲਈ, ਇਹ ਆਪਣੇ ਬਜ਼ੁਰਗਾਂ ਦੀ ਜਥੇਬੰਦੀ ਨੂੰ ਬਚਾਉਣ ਲਈ ਇੱਕ ਪਰਿਵਾਰ ਦੇ ਚੁੰਗਲ 'ਚੋਂ ਨਿਕਲਣਗੇ। ਇਸ ਪਰਿਵਾਰ ਦੇ ਕੋਲੋਂ ਪੰਥਕ ਮਸਲਾ ਨਾ ਕੋਈ ਹੱਲ ਹੋਇਆ ਤੇ ਨਾ ਹੋ ਸਕਦਾ। ਤੇ ਇਸ ਪਰਿਵਾਰ ਨੇ ਸਾਡੀਆਂ ਪੰਥਕ ਰਵਾਇਤਾਂ ਦਾ ਘਾਣ ਕੀਤਾ, ਸ਼ਾਨਾ ਮਤੇ ਇਤਿਹਾਸ ਦਾ ਘਾਣ ਕੀਤਾ। ਜਿਹੜਾ ਇੱਕ ਸਾਡੀ ਪਾਤਸ਼ਾਹੀ, ਸੱਚੀ ਪਾਤਸ਼ਾਹੀ ਅਕਾਲ ਤਖਤ, ਉਹਦਾ ਮਿਸਯੂਜ਼ ਕੀਤਾ, ਉਹਦੀ ਬਦਨਾਮੀ ਕਰਵਾਈ, ਉਹਦੀ ਤਾਕਤ ਖਤਮ ਕੀਤੀ। ਤੋ ਪ੍ਰਬੰਧਕ ਕਮੇਟੀ ਜਿਹੜੀ ਇੱਕ ਸਾਡੀ ਸਰਕਾਰ ਸੀ, ਉਹਦਾ ਖਜ਼ਾਨਾ ਸੀ, ਸਾਡੀਆਂ ਜਾਇਦਾਦਾਂ ਸੀ, ਉਹ ਖੁਰਦ-ਬੁਰਦ ਹੋਈਆਂ, ਜ਼ਮੀਨਾਂ ਵਿਕੀਆਂ ਤੇ ਲੀਜ਼ ਤੇ ਦਿੱਤੀਆਂ ਗਈਆਂ। ਤੋ ਇਹ ਸਾਰਾ ਕੁਛ ਜੇ ਬਚਾਉਣਾ ਹੈ ਤੇ ਹਰੇਕ ਅਕਾਲੀ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਜਗ੍ਹਾ ਬਦਲੋ ਆਪਣੀ, ਇਹ ਪਰਿਵਾਰ ਦੇ ਚੁੰਗਲ 'ਚੋਂ ਨਿਕਲੋ, ਆਜ਼ਾਦ, ਆਪਣੇ ਆਪ ਨੂੰ ਆਜ਼ਾਦ ਪਾ ਕੇ ਖੁੱਲ੍ਹੀ ਹਵਾ 'ਚ ਸਾਹ ਲਓ, ਢੀਂਡਸਾ ਸਾਹਿਬ ਦਾ ਸਾਥ ਦਿਓ ਤਕੜੇ ਹੋ ਕੇ। ਸੋ ਮੇਰਾ ਆਖਰੀ ਸਵਾਲ ਹੈ, ਕੁਝ ਸਮਾਂ ਪਹਿਲਾਂ ਇੱਕ ਬਿਆਨ ਆਇਆ, ਕਾਂਗਰਸੀ ਮੌਜੂਦਾ ਵਿਧਾਇਕ ਨੇ, ਸਾਬਕਾ IAS ਰਹੇ ਨੇ ਉਹ, ਕੁਲਦੀਪ ਵੈਦ, ਗਿੱਲ ਤੋਂ MLA ਨੇ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਦੇ ਵਿੱਚ ਡੇਰਾਵਾਦ ਹਾਵੀ ਹੋ ਰਿਹਾ ਹੈ, ਇਸ ਦੇ ਵਿੱਚ ਕਿਤੇ ਨਾ ਕਿਤੇ SGPC ਦੀ ਨਾਕਾਮੀ ਵੀ ਹੈ। ਇਹ ਕੁਦਰਤੀ, ਅਸੀਂ ਉਹੀ ਬਾਰ-ਬਾਰ ਦੁਹਰਾ ਰਹੇ ਹਾਂ ਕਿ ਪ੍ਰਬੰਧਕ ਕਮੇਟੀ ਦੀਆਂ ਨਾਕਾਮੀਆਂ ਕਰਕੇ ਸਾਡਾ ਨੁਕਸਾਨ ਹੋ ਰਿਹਾ। ਤੋ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਸਾਡੇ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੋ ਗਏ, ਉਹੀ ਡੇਰਾ ਵਾਲਿਆਂ ਨੂੰ ਪਾਲਦੇ ਪਏ ਨੇ ਆਪਣੀਆਂ ਵੋਟਾਂ ਲੈਣ ਦੀ ਖਾਤਰ, ਆਪਣੀਆਂ ਵੋਟਾਂ ਨੂੰ ਬੈਲੈਂਸ ਰੱਖਣ ਲਈ ਵੀ ਸਿੱਖ ਜਾਂਦੇ ਤੇ ਜਾਣ, ਇਹ ਵੋਟਾਂ ਸਾਡੀਆਂ ਪੱਕੀਆਂ ਨੇ। ਤੋ ਇਸ ਵੋਟਾਂ ਦੀ ਗਿਣਤੀ ਜਿਹੜੀ ਆ, ਵੋਟਾਂ ਦੀ ਗਿਣਤੀ ਉਹ ਸਾਡੇ ਧਰਮ ਦਾ ਨੁਕਸਾਨ ਕਰ ਗਈ, ਹੋ ਚੁੱਕਾ। ਤੇ ਅੱਗੇ ਜੇ ਸਿੱਖ ਨਾ ਜੇ ਵੀ ਸੰਭਲੇ ਤਾਂ ਹੋਰ ਬਹੁਤ ਹੋਊਗਾ। ਤੋ ਇਹ ਬਿਲਕੁਲ ਕਰੈਕਟ ਆ ਕਿ ਪ੍ਰਬੰਧਕ ਕਮੇਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਪ੍ਰਬੰਧਕ ਕਮੇਟੀ ਨੇ ਅੱਜ ਜਿਹੜਾ ਜਥੇਦਾਰ ਕਹਿ ਰਿਹਾ ਹੈ ਮੁਗਲ ਹਕੂਮਤ ਆ ਜਿਹੜੀ ਇਹ ਜ਼ੁਲਮ ਕਰਦੀ ਆ, ਤੋ ਉਹ ਮੁਗਲ ਹਕੂਮਤ ਦਾ ਭਾਈਵਾਲ ਕੌਣ ਹੈ? ਇਹ ਜਥੇਦਾਰ ਨੂੰ ਪਤਾ ਨਹੀਂ ਹੈ? ਇਹਨੇ ਉਹ ਤੇ ਬੁਰਕਾ ਪਾਇਆ ਮੂੰਹ ਤੇ, ਇਹ ਦਿਸਦਾ ਨਹੀਂ ਇਹਨੂੰ? ਜਿਹੜੇ ਭਾਈਵਾਲ ਨੇ, ਜਿਨ੍ਹਾਂ ਨੇ ਭਾਈਵਾਲੀ ਕਰਕੇ ਸਾਡਾ ਵਾਲ ਗਿਰਵੀ ਰਖਵਾਇਆ, ਉਹਨਾਂ ਨੂੰ ਤੇ ਹਟਾਉਂਦਾ ਨਹੀਂ, ਉਧਰ ਇਹਦਾ ਹੁਕਮ ਚੱਲਦਾ ਨਹੀਂ। ਇਹ ਅਕਾਲ ਤਖਤ ਦਾ ਹੁਕਮ ਬਾਦਲ ਦੇ ਪਰਿਵਾਰ ਵਾਲੇ ਪਾਸੇ ਨਹੀਂ ਜਾਂਦਾ, ਇਹ ਉਪਦੇਸ਼ ਉਧਰ ਨਹੀਂ ਜਾਂਦਾ। ਤੋ ਇਹ ਸਾਡੀਆਂ ਜਿਹੜੀਆਂ ਕਮੀਆਂ ਨੇ, ਖਾਮੀਆਂ ਨੇ, ਇੱਕ ਪਰਿਵਾਰ ਕੋਲ ਸਾਰਾ ਜਿਹੜਾ ਸਾਡਾ ਸਿਸਟਮ ਜਿਹੜਾ ਉਹ ਜਾਣ ਕਰਕੇ ਕਮੇਟੀ ਵੀ, ਅਕਾਲ ਤਖਤ ਵੀ, ਅਕਾਲੀ ਦਲ ਵੀ ਬਰਬਾਦ ਹੋ ਗਏ। ਅੱਜ ਅਕਾਲੀ ਦਲ ਕਦੀ ਹੋ ਸਕਦਾ ਕਿ ਆਪੋਜੀਸ਼ਨ 'ਚ ਨਾ ਹੋਵੇ ਪੰਜਾਬ 'ਚ? ਅੱਜ ਪੰਜਾਬ 'ਚ ਆਪੋਜੀਸ਼ਨ 'ਚ ਦਿਸਦਾ ਨਹੀਂ ਪਿਆ। ਇਹਦੀ ਵਜ੍ਹਾ ਕੀ ਹੈ? ਇਹੀ ਕਮਜ਼ੋਰੀਆਂ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਇਹਨੇ ਭਾਈ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੇ ਗੱਲਾਂ ਕੀਤੀਆਂ, ਜਵਾਬ ਵੀ ਦਿੱਤੇ। ਹੋ ਸਕਦਾ ਹੈ ਕਿ ਇਹ ਜਵਾਬ ਕਈਆਂ ਨੂੰ ਕੌੜੇ ਲੱਗੇ ਹੋਣ, ਪਰ ਅਸਲ ਗੱਲ ਇਹ ਹੈ ਕਿ ਸੱਚ ਕੌੜਾ ਹੀ ਹੁੰਦਾ ਹੈ। ਦੇਖਣਾ ਦਿਲਚਸਪ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਗਿਆਨੀ ਹਰਪ੍ਰੀਤ ਸਿੰਘ ਜੀ,
ਜਾਂ ਕੋਈ ਵੱਡਾ ਸਿਆਸਤਦਾਨ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਹੋਰ ਕੀ ਕੁਝ ਨਵਾਂ ਬਿਆਨ ਆਵੇਗਾ, ਕੀ ਕੁਝ ਲੋਕਾਂ ਨੂੰ ਦੇਖਣ ਤੇ ਸੁਣਨ ਨੂੰ ਮਿਲੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।